ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਨੈਸ਼ਨਲ ਡੇ ਫॉर ਟਰੂਥ ਐਂਡ ਰੀਕਨਸੀਲੀਏਸ਼ਨ, ਟਰੂਡੋ ਨੇ ਸਾਂਝੇ ਕੀਤੇ ਆਪਣੇ ਵਿਚਾਰ। ਜਸਟਿਨ ਟਰੂਡੋ ਦਾ ਐਲਾਨ, ਸੂਬੇ ਨੂੰ ਭੇਜਣਗੇ ਮਦਦ। 16 ਏਅਰਲਾਈਨਾਂ ਨੇ ਕੀਤਾ ਫੈਸਲਾ, ਯਾਤਰੀਆਂ ਨੂੰ ਦੇਣਗੇ ਰੀਫੰਡ। ਅਮਰੀਕਾ ਦੇ ਵਿੱਚ ਪੰਜਾਬੀ ਸਿੱਖ ਦਾ ਕਤਲ, ਗੈਸ ਸਟੇਸ਼ਨ ਤੇ ਮਾਰੀ ਗੋਲੀ। ਗਵਰਨਰ ਜਨਰਲ ਦਾ ਬਿਆਨ, ਅੱਜ ਦੇ ਦਿਨ ਨੂੰ ਦੱਸਿਆ ਕੌੜਾ ਸੱਚ। ਲੜਕੇ ਤੇ ਚਾਕੂ ਦੇ ਨਾਲ ਹਮਲਾ, ਲੜਕੇ ਦੀ ਹੋਈ ਮੌਤ। ਕੈਨੇਡਾ ਦੇ ਵਿੱਚ ਅੱਜ ਦਾ ਦਿਨ ਮੂਲ ਨਿਵਾਸੀਆਂ ਦੇ ਨਾਮ ਰਿਹਾ, ਜਿੱਥੇ ਖਾਸ ਤੌਰ ਦੇ ਉੱਪਰ ਇਹ ਦਿਨ ਮੂਲ ਨਿਵਾਸੀਆਂ ਦੇ ਲਈ ਬਣਾਇਆ ਗਿਆ। ਇਸ ਦਿਨ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ। ਇਸ ਮੌਕੇ ਦੇ ਉੱਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਇੱਕ ਸਟੇਟਮੈਂਟ ਵੀ ਸਾਹਮਣੇ ਆਈ ਹੈ। ਕੀ ਕਹਿਣਾ ਹੈ ਜਸਟਿਨ ਟਰੂਡੋ ਦਾ, ਦੱਸਾਂਗੇ ਇਸ ਖਬਰ ਦੇ ਵਿੱਚ। ਕੈਨੇਡਾ ਦੇ ਵਿੱਚ ਅੱਜ ਜਾਣੀ ਕਿ 30 ਸਤੰਬਰ ਨੂੰ ਪਹਿਲਾ ਨੈਸ਼ਨਲ ਡੇ ਫॉर ਟਰੂਥ ਐਂਡ ਰੀਕਨਸੀਲੀਏਸ਼ਨ ਮਨਾਇਆ ਗਿਆ। ਜੀ ਹਾਂ, ਰੈਜ਼ੀਡੈਂਸ਼ੀਅਲ ਸਕੂਲਾਂ ਦੇ ਵਿੱਚ ਜੋ ਬੱਚਿਆਂ ਦੀਆਂ ਬੇਨਾਮ ਕਬਰਾਂ ਮਿਲੀਆਂ, ਪੀੜਤਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਯਾਦ ਕਰਨ ਦੇ ਮਕਸਦ ਅਤੇ ਉਹਨਾਂ ਨੂੰ ਸਨਮਾਨ ਦੇਣ ਦੇ ਵਾਸਤੇ ਇਸ ਦਿਨ ਨੂੰ ਵਿਸ਼ੇਸ਼ ਢੰਗ ਦੇ ਨਾਲ ਮਨਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ। ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ, ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਗੈਰ ਮੂਲ ਨਿਵਾਸੀ ਕੈਨੇਡੀਅਨਸ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਇੰਡੀਜੀਅਸ ਲੋਕਾਂ ਅਤੇ ਰੈਜ਼ੀਡੈਂਸ਼ੀਅਲ ਸਕੂਲ ਦੇ ਵਿਕਟਮਸ ਦੀ ਜੋ ਦਾਸਤਾਨ ਹੈ ਉਸ ਦੇ ਨਾਲ ਵਾਕਿਫ ਹੋਣ ਅਤੇ ਇਸ ਸੰਬੰਧੀ ਆਪਣੀ ਭੂਮਿਕਾ ਨਿਭਾਉਣ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਮੂਲ ਨਿਵਾਸੀ ਲੋਕਾਂ ਦੇ ਨਾਲ ਜੋ ਕੁਝ ਵੀ ਹੋਇਆ, ਜੋ ਕੁਝ ਵੀ ਉਹਨਾਂ ਨੂੰ ਸਹਿਣਾ ਪਿਆ, ਇਸ ਦਾ ਸਾਹਮਣਾ ਸਾਰੇ ਕੈਨੇਡੀਅਨਸ ਨੂੰ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਜੋ ਵੀ ਰੈਜ਼ੀਡੈਂਸ਼ੀਅਲ ਸਕੂਲ ਦੇ ਪੀੜਤਾਂ ਦੇ ਨਾਲ ਹੋਇਆ, ਕੈਨੇਡੀਅਨਸ ਉਸ ਦਰਦ ਨੂੰ ਸਮਝਣ ਅਤੇ ਮਹਿਸੂਸ ਕਰਨ। ਜਿਸ ਸਮਾਰੋਹ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੇ ਇਹ ਵਿਚਾਰ ਸਾਂਝੇ ਕੀਤੇ ਗਏ। ਇਸ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਰਨ ਓਟੂਲ ਅਤੇ ਬਾਕੀ ਪਾਰਟੀਆਂ ਦੇ ਮੁੱਖ ਨੁਮਾਇੰਦੇ ਵੀ ਮੌਜੂਦ ਸਨ। You shared your words and recognized the teddy bears and the empty shoes. Nakumik, Kuyanamik, for your leadership. And thank you for that reflection that all of us, need to hold these stories in our hearts, in our understanding, not just as we reflect on reconciliation, but as we reflect on this country we all grew up in, this country we live in, but mostly this country we choose to create every single day. Elder Jimmy DeRoche, you reminded us that the stories we tell about ourselves, about our community, the stories we tell to our children and grandchildren as we tuck them into bed, about who they are, about where they come from, about what they might be later in life, are incredibly important. And on this day we celebrate and mark and commemorate tomorrow, the National Day of Truth and Reconciliation. We must reflect not just on those children ripped from their homes, from their communities, from their language, from their culture. ਸਸਕੈਚੁਆਨ ਦੇ ਵਿੱਚ ਕੋਰੋਨਾ ਵਾਇਰਸ ਦੇ ਜੋ ਹਾਲਾਤ ਬਣੇ ਹੋਏ ਨੇ, ਸਭ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਓਟਵਾ ਵੱਲੋਂ ਸਸਕੈਚੁਆਨ ਨੂੰ ਮਦਦ ਭੇਜੀ ਜਾਵੇਗੀ। ਦੱਸ ਦਈਏ ਕਿ ਇਸ ਸਮੇਂ ਕੋਰੋਨਾ ਵਾਇਰਸ ਦੀ ਚੌਥੀ ਲਹਿਰ ਦਾ ਪ੍ਰਭਾਵ ਐਲਬਰਟਾ ਅਤੇ ਸਸਕੈਚੁਆਨ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਸਕੈਚੁਆਨ ਦੇ ਬਾਰੇ ਬਿਆਨ ਜਾਰੀ ਕੀਤਾ ਗਿਆ, ਜਿਸ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵਾਅਦਾ ਕੀਤਾ ਗਿਆ ਹੈ ਕਿ ਉਹਨਾਂ ਵੱਲੋਂ ਹਰ ਸੰਭਵ ਮਦਦ ਸਸਕੈਚੁਆਨ ਨੂੰ ਪਹੁੰਚਾਈ ਜਾਵੇਗੀ। ਦੱਸ ਦਈਏ ਕਿ ਸਸਕੈਚੁਆਨ ਅਤੇ ਐਲਬਰਟਾ ਦੇ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦੇ ਕਾਰਨ ਹਾਲਾਤ ਚਿੰਤਾਜਨਕ ਬਣੇ ਹੋਏ ਨੇ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇਹ ਬਿਆਨ ਸਾਹਮਣੇ ਆਇਆ, ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਸਸਕੈਚੁਆਨ ਨੂੰ ਮਦਦ ਭੇਜੀ ਜਾਵੇਗੀ। ਸਸਕੈਚੁਆਨ ਦੇ ਵਿੱਚ ਇਸ ਸਮੇਂ ਸਭ ਤੋਂ ਵੱਧ ਐਕਟਿਵ ਕੋਰੋਨਾ ਵਾਇਰਸ ਮਾਮਲਿਆਂ ਦੀ ਗਿਣਤੀ ਹੈ ਅਤੇ ਹਸਪਤਾਲ ਦੇ ਵਿੱਚ ਵੀ ਲਗਾਤਾਰ ਮਰੀਜ਼ ਵੱਧਦੇ ਜਾ ਰਹੇ ਨੇ। ਇਸ ਦੇ ਨਾਲ ਹੀ ਐਲਬਰਟਾ ਦੇ ਕੁਝ ਖੇਤਰਾਂ ਦੇ ਵਿੱਚ ਵੈਕਸੀਨੇਸ਼ਨ ਰੇਟ ਕਾਫੀ ਜ਼ਿਆਦਾ ਘੱਟ ਹੈ, ਜਿਸ ਨੂੰ ਲੈ ਕੇ ਲਗਾਤਾਰ ਮਾਹਰ ਵੀ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਦਿਖਾਈ ਦੇ ਰਹੇ ਨੇ। ਇਸ ਸਮੇਂ ਕੋਰੋਨਾ ਵਾਇਰਸ ਦੀ ਚੌਥੀ ਲਹਿਰ ਦਾ ਪ੍ਰਭਾਵ ਸਭ ਤੋਂ ਵੱਧ ਐਲਬਰਟਾ ਅਤੇ ਸਸਕੈਚੁਆਨ ਦੇ ਵਿੱਚ ਦੇਖਿਆ ਜਾ ਸਕਦਾ ਹੈ।
ਹਾਲ ਹੀ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਕਿਹਾ ਗਿਆ ਸੀ ਕਿ ਜੇਕਰ ਐਲਬਰਟਾ ਤੇ ਸਸਕੈਚੁਆਨ ਨੂੰ ਮਦਦ ਦੀ ਜ਼ਰੂਰਤ ਪੈਂਦੀ ਹੈ ਤਾਂ ਉਹਨਾਂ ਵੱਲੋਂ ਕੋਵਿਡ-19 ਦੇ ਨਾਲ ਸੰਬੰਧਿਤ ਮਦਦ ਇਹਨਾਂ ਪ੍ਰੋਵਿੰਸਸ ਨੂੰ ਭੇਜੀ ਜਾਵੇਗੀ। ਇਸ ਤੋਂ ਬਾਅਦ ਹੁਣ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਆਟਵਾ ਵੱਲੋਂ ਸਸਕੈਚੁਆਨ ਨੂੰ ਕੋਰੋਨਾ ਵਾਇਰਸ ਦੇ ਖਿਲਾਫ ਲੜਾਈ ਜਾਰੀ ਰੱਖਣ ਦੇ ਲਈ ਮਦਦ ਭੇਜੀ ਜਾਵੇਗੀ। 16 에ਅਰਲਾਈਨਸ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ। ਇਹ 16 ਯੂਰਪ ਦੀਆਂ 에ਅਰਲਾਈਨਸ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਯਾਤਰੀਆਂ ਦੀਆਂ ਕੋਰੋਨਾ ਦੇ ਕਾਰਨ ਉਡਾਨਾਂ ਰੱਦ ਹੋ ਗਈਆਂ ਉਹਨਾਂ ਨੂੰ ਰਿਫੰਡ ਦਿੱਤਾ ਜਾਵੇਗਾ। ਇਹ ਫੈਸਲਾ ਸਾਹਮਣੇ ਆਉਣ ਤੋਂ ਬਾਅਦ ਹਰ ਕਿਸੇ ਵੱਲੋਂ ਇਸ ਦਾ ਸਵਾਗਤ ਕੀਤਾ ਜਾ ਰਿਹਾ ਹੈ। ਜਿਹੜੇ ਯਾਤਰੀਆਂ ਦੀਆਂ ਉਡਾਨਾਂ ਕੋਰੋਨਾ ਦੇ ਕਾਰਨ ਰੱਦ ਹੋਈਆਂ ਉਹਨਾਂ ਨੂੰ 16 ਯੂਰਪੀਅਨ 에ਅਰਲਾਈਨਸ ਦੇ ਵੱਲੋਂ ਰਿਫੰਡ ਦਿੱਤਾ ਜਾਵੇਗਾ। ਜੀ ਹਾਂ, ਇਹਨਾਂ 16 ਯੂਰਪੀਅਨ 에ਅਰਲਾਈਨਸ ਦੇ ਵੱਲੋਂ ਯਾਤਰੀਆਂ ਨੂੰ ਰਿਫੰਡ ਕਰਨ ਸੰਬੰਧੀ ਵੱਡਾ ਐਲਾਨ ਕੀਤਾ ਗਿਆ। ਇਹਨਾਂ 에ਅਰਲਾਈਨਸ ਦੇ ਵੱਲੋਂ ਇਸ ਚੀਜ਼ ਨੂੰ ਲੈ ਕੇ ਸਹਿਮਤੀ ਪ੍ਰਗਟਾਈ ਗਈ ਹੈ ਕਿ ਜਿਹੜੇ ਯਾਤਰੀਆਂ ਦੀਆਂ ਕੋਵਿਡ ਦੇ ਕਾਰਨ ਉਡਾਨਾਂ ਰੱਦ ਹੋਈਆਂ ਉਹਨਾਂ ਨੂੰ ਰਿਫੰਡ ਦਿੱਤਾ ਜਾਵੇਗਾ। ਇਹਨਾਂ 16 에ਅਰਲਾਈਨਸ ਦੇ ਵੱਲੋਂ ਯੂਰਪੀਅਨ ਕਮਿਸ਼ਨ ਦੇ ਨਾਲ ਵਿਚਾਰ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ, ਜਿੱਥੇ ਉਹ ਰਿਫੰਡ ਬੈਕਲੌਗ ਕਲੀਅਰ ਕਰਨ ਦੇ ਵਾਸਤੇ ਰਾਜ਼ੀ ਹੋਏ ਹਨ। ਜਿਹੜੀਆਂ 에ਅਰਲਾਈਨਸ ਦੇ ਵੱਲੋਂ ਯਾਤਰੀਆਂ ਨੂੰ ਰਿਫੰਡ ਦਿੱਤਾ ਜਾਵੇਗਾ ਉਸ ਦੇ ਵਿੱਚ 에ਅਰ ਫਰਾਂਸ, KLM, ਬ੍ਰਿਟਿਸ਼ 에ਅਰਵੇਜ਼, ਈਜ਼ੀਜੈਟ, ਲੁਫਥਾਂਸਾ, TAP ਅਤੇ ਵਿਜ਼ 에ਅਰ ਸ਼ਾਮਿਲ ਹਨ। ਯੂਰਪੀਅਨ ਕਮਿਸ਼ਨ ਫਾਰ ਜਸਟਿਸ ਨੇ ਆਪਣੀ ਸਟੇਟਮੈਂਟ ਦੇ ਵਿੱਚ ਕਿਹਾ ਹੈ ਕਿ ਪੈਂਡੈਮਿਕ ਦੇ ਸ਼ੁਰੂਆਤੀ ਪੜਾਅ ਦੇ ਵਿੱਚ ਕੁਝ 에ਅਰਲਾਈਨਸ ਦੇ ਵੱਲੋਂ ਵਾਊਚਰ ਦਿੱਤੇ ਜਾ ਰਹੇ ਸਨ। ਉਹਨਾਂ ਵੱਲੋਂ ਇਸ ਨੂੰ ਯੂਰਪ ਕੰਜ਼ਿਊਮਰ ਪ੍ਰੋਟੈਕਸ਼ਨ ਰੂਲਸ ਦੇ ਖਿਲਾਫ ਦੱਸਿਆ ਗਿਆ। ਹੁਣ ਇਸ ਐਲਾਨ ਤੋਂ ਬਾਅਦ ਯੂਰਪ ਟਰਾਂਸਪੋਰਟ ਚੀਫ ਅਡੇਨਾ ਵੱਲੋਂ ਇਸ ਦਾ ਸਵਾਗਤ ਕੀਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਅਜਿਹਾ ਕਦਮ ਚੁੱਕਣ ਦੇ ਨਾਲ 에ਅਰਲਾਈਨਸ ਦੇ ਵਿੱਚ ਗ੍ਰਾਹਕਾਂ ਦਾ ਇੱਕ ਵਾਰ ਫਿਰ ਤੋਂ ਟਰਸਟ ਰੀਸਟੋਰ ਹੋਵੇਗਾ। ਅਮਰੀਕਾ ਦੇ ਵਾਸ਼ਿੰਗਟਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਸਿੱਖ ਨੂੰ ਗੋਲੀ ਮਾਰੀ ਗਈ ਹੈ। ਇਹ ਘਟਨਾ ਗੈਸ ਸਟੇਸ਼ਨ ਦੇ ਉੱਪਰ ਵਾਪਰੀ ਹੈ, ਜਿੱਥੇ ਕੁਝ ਲੋਕ ਗੈਸ ਸਟੇਸ਼ਨ ਦੇ ਉੱਪਰ ਦਾਖਲ ਹੋਏ ਤੇ ਉਹਨਾਂ ਵੱਲੋਂ ਸਿੱਖ ਵਿਅਕਤੀ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਫਿਲਹਾਲ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਜਿਸ ਸਿੱਖ ਦੇ ਉੱਪਰ ਗੋਲੀ ਚਲਾਈ ਗਈ ਤੇ ਉਸ ਦੀ ਮੌਤ ਹੋ ਗਈ ਹੈ, ਉਸ ਦਾ ਨਾਮ ਵੀ ਪੁਲਿਸ ਵੱਲੋਂ ਜਨਤਕ ਕੀਤਾ ਗਿਆ। ਅਮਰੀਕਾ ਤੋਂ ਇੱਕ ਸਿੱਖ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਗੈਸ ਸਟੇਸ਼ਨ ਦੇ ਉੱਪਰ ਇਸ ਸਿੱਖ ਵਿਅਕਤੀ ਦੇ ਗੋਲੀ ਮਾਰੀ ਗਈ ਹੈ। ਜੀ ਹਾਂ, ਇਹ ਮਾਮਲਾ ਅਮਰੀਕਾ ਦੇ ਸੂਬੇ ਵਾਸ਼ਿੰਗਟਨ ਦੇ ਨਾਲ ਸੰਬੰਧਿਤ ਹੈ, ਜਿੱਥੇ ਸਿੱਖ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸ ਦਈਏ ਕਿ ਅਮਰੀਕਾ ਦੇ ਸੂਬੇ ਵਾਸ਼ਿੰਗਟਨ ਦੇ ਸ਼ਹਿਰ ਲੈਨਵੁੱਡ ਵਿਖੇ ਗੈਸ ਸਟੇਸ਼ਨ ਦੇ ਉੱਪਰ ਕੰਮ ਕਰਨ ਵਾਲੇ ਪੰਜਾਬੀ ਸਿੱਖ ਵਿਅਕਤੀ ਦੇ ਉੱਪਰ ਲੁਟੇਰਿਆਂ ਵੱਲੋਂ ਗੋਲੀ ਚਲਾਈ ਗਈ। ਜਿਸ ਪੰਜਾਬੀ ਸਿੱਖ ਵਿਅਕਤੀ ਦਾ ਇਸ ਦੌਰਾਨ ਕਤਲ ਹੋਇਆ, ਉਹਨਾਂ ਦਾ ਨਾਮ ਤੇਜਪਾਲ ਸਿੰਘ ਦੱਸਿਆ ਗਿਆ, ਜਿਨ੍ਹਾਂ ਦੀ ਉਮਰ 60 ਸਾਲ ਦੇ ਕਰੀਬ ਹੈ। ਇੱਥੇ ਗੈਸ ਸਟੇਸ਼ਨ ਦੇ ਉੱਪਰ ਲੁਟੇਰਿਆਂ ਵੱਲੋਂ ਲੁੱਟ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਦੌਰਾਨ ਕੁਝ ਲੁਟੇਰਿਆਂ ਵੱਲੋਂ ਮੂੰਹ ਦੇ ਉੱਪਰ ਮਾਸਕ ਪਾਇਆ ਹੋਇਆ ਸੀ ਤੇ ਉਹਨਾਂ ਵੱਲੋਂ ਤੇਜਪਾਲ ਸਿੰਘ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ। ਇਹ ਘਟਨਾ ਸਵੇਰੇ 5:40 ਦੇ ਕਰੀਬ ਵਾਪਰੀ। ਹੁਣ ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਪੰਜਾਬੀ ਭਾਈਚਾਰੇ ਦੇ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੋ ਇਸ ਘਟਨਾ ਸੰਬੰਧੀ ਵਧੇਰੇ ਜਾਣਕਾਰੀ ਸਾਹਮਣੇ ਆਈ, ਉਸ ਦੇ ਮੁਤਾਬਕ ਇਸ ਘਟਨਾ ਦੇ ਵਿੱਚ ਜਿਸ ਪੰਜਾਬੀ ਸਿੱਖ ਵਿਅਕਤੀ ਦੀ ਮੌਤ ਹੋਈ ਹੈ, ਉਹ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਨਕੋਦਰ ਨੇੜੇ ਪਿੰਡ ਸਰੀ ਦੇ ਨਾਲ ਸੰਬੰਧਿਤ ਹਨ। ਕਾਫੀ ਲੰਬੇ ਸਮੇਂ ਤੋਂ ਤੇਜਪਾਲ ਸਿੰਘ ਅਮਰੀਕਾ ਦੇ ਵਿੱਚ ਆਪਣੇ ਪਰਿਵਾਰ ਸਮੇਤ ਰਹਿ ਰਹੇ ਸਨ। ਅੱਜ ਦੇ ਦਿਨ ਮੌਕੇ ਦੇ ਉੱਪਰ ਗਵਰਨਰ ਜਨਰਲ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਉਹਨਾਂ ਦਾ ਕਹਿਣਾ ਹੈ ਕਿ ਅੱਜ ਦਾ ਦਿਨ ਇੱਕ ਕੌੜਾ ਸੱਚ ਹੈ। ਇਹ ਕੌੜਾ ਸੱਚ ਕੈਨੇਡੀਅਨਸ ਦੇ ਵਾਸਤੇ ਹੈ। ਇਸ ਮੌਕੇ ਦੇ ਹੋਰ ਉਹਨਾਂ ਨੇ ਕੀ ਕਿਹਾ ਦੱਸਾਂਗੇ ਇਸ ਖਬਰ ਦੇ ਵਿੱਚ। ਕੈਨੇਡਾ ਦੇ ਵਿੱਚ ਅੱਜ ਪਹਿਲੇ ਨੈਸ਼ਨਲ ਡੇ ਫਾਰ ਟਰੂਥ ਐਂਡ ਰੀਕਨਸਾਈਲੇਸ਼ਨ ਦੇ ਮੌਕੇ ਦੇ ਉੱਪਰ ਪਾਰਲੀਮੈਂਟ ਹਿੱਲ ਦੇ ਵਿੱਚ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਕੈਨੇਡਾ ਦੀ ਗਵਰਨਰ ਜਨਰਲ ਮੈਰੀ ਮੇ ਵੱਲੋਂ ਕਿਹਾ ਗਿਆ ਕਿ ਇਹ ਦਿਨ ਕੈਨੇਡੀਅਨਸ ਦੇ ਵਾਸਤੇ ਕੌੜੇ ਸੱਚ ਦਾ ਸਾਹਮਣਾ ਕਰਨ ਵਾਲਾ ਦਿਨ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਨਿਮਰਤਾ ਅਤੇ ਸਤਿਕਾਰ ਦੇ ਨਾਲ ਇੱਕ ਬਿਹਤਰ ਫਿਊਚਰ ਦਾ ਨਿਰਮਾਣ ਕਰਨਾ ਚਾਹੀਦਾ ਹੈ। ਦੱਸੀਏ ਕਿ 30 ਸਤੰਬਰ ਔਰੇਂਜ ਸ਼ਰਟ ਡੇ ਦੇ ਤੌਰ ਦੇ ਉੱਪਰ ਮਨਾਇਆ ਜਾਂਦਾ ਹੈ। ਇਹ ਸਿਲਸਿਲਾ 2013 ਦੇ ਵਿੱਚ ਸ਼ੁਰੂ ਹੋਇਆ ਸੀ। ਇਹ ਦਿਨ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚ ਵਿਕਟਮ ਫਿਲਿਸ ਨੂੰ ਸਤਿਕਾਰ ਦੇਣ ਦੇ ਵਾਸਤੇ ਸ਼ੁਰੂ ਕੀਤਾ ਗਿਆ ਸੀ। ਜਾਣਕਾਰੀ ਦੇ ਲਈ ਦੱਸ ਦਈਏ ਕਿ ਰੈਜ਼ੀਡੈਂਸ਼ੀਅਲ ਸਕੂਲ ਦੇ ਪਹਿਲੇ ਦਿਨ ਹੀ ਫਿਲਿਸ ਦੇ ਕੋਲੋਂ ਉਸਦੀ ਮਨਪਸੰਦ ਔਰੇਂਜ ਜਾਣੀ ਕਿ ਸੰਤਰੀ ਰੰਗ ਦੀ ਕਮੀਜ਼ ਖੋਹ ਲਈ ਗਈ ਸੀ। ਇਸੇ ਘਟਨਾ ਦੀ ਯਾਦ ਦੇ ਵਿੱਚ ਔਰੇਂਜ ਸ਼ਰਟ ਡੇ ਮੂਵਮੈਂਟ ਵੀ ਸ਼ੁਰੂ ਹੋਈ ਸੀ, ਜੋ ਕੈਨੇਡਾ ਦੇ ਵਿੱਚ ਇੰਡੀਜੀਅਸ ਲੋਕਾਂ ਕੋਲੋਂ ਉਹਨਾਂ ਦੀ ਸ਼ਨਾਖਤ ਖੋਹ ਲਏ ਜਾਣ ਦੀ ਤਰਜਮਾਨੀ ਕਰਦੀ ਹੈ। ਹੁਣ ਕੈਨੇਡਾ ਦੇ ਵਿੱਚ ਅੱਜ ਦੇ ਦਿਨ ਨੂੰ ਨੈਸ਼ਨਲ ਡੇ ਫਾਰ ਟਰੂਥ ਐਂਡ ਰੀਕਨਸਾਈਲੇਸ਼ਨ ਦੇ ਤੌਰ ਦੇ ਉੱਪਰ ਮਨਾਇਆ ਜਾ ਰਿਹਾ ਹੈ।
ਉਹ ਇਸ ਕਰਕੇ ਤਾਂ ਕਿ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚ ਜਿਹੜੇ ਬੱਚੇ ਮਾਰੇ ਗਏ ਉਹਨਾਂ ਵਿਕਟਮਸ ਅਤੇ ਪਰਿਵਾਰਾਂ ਨੂੰ ਯਾਦ ਕਰਕੇ ਸਨਮਾਨ ਦਿੱਤਾ ਜਾਵੇ। ਇਨ੍ਹਾਂ ਪੀੜਤ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨ ਦੇਣ ਦੇ ਮਕਸਦ ਦੇ ਨਾਲ ਇਸ ਦਿਨ ਦੀ ਸ਼ੁਰੂਆਤ ਕੀਤੀ ਗਈ ਹੈ। ਕੈਨੇਡਾ ਭਰ ਦੇ ਵਿੱਚ ਅੱਜ ਦੇ ਦਿਨ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ। ਜੂਨ ਮਹੀਨੇ ਦੌਰਾਨ ਹੀ ਫੈਡਰਲ ਸਰਕਾਰ ਵੱਲੋਂ ਕਾਨੂੰਨ ਪਾਸ ਕਰਕੇ 30 ਸਤੰਬਰ ਨੂੰ ਫੈਡਰਲ ਸਰਕਾਰੀ ਛੁੱਟੀ ਐਲਾਨਿਆ ਸੀ ਅਤੇ ਹਰ ਸਾਲ 30 ਸਤੰਬਰ ਨੂੰ ਨੈਸ਼ਨਲ ਡੇ ਫਾਰ ਟਰੂਥ ਐਂਡ ਰੀਕਨਸਾਈਲੇਸ਼ਨ ਮਨਾਇਆ ਜਾਵੇਗਾ। ਓਨਟਾਰੀਓ ਦੇ ਇੱਕ ਹਿੱਸੇ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ 20 ਸਾਲਾ ਨੌਜਵਾਨ ਦੇ ਉੱਪਰ ਚਾਕੂ ਦੇ ਨਾਲ ਹਮਲਾ ਕੀਤਾ ਗਿਆ। ਪੁਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਨੌਜਵਾਨ ਦੀ ਚਾਕੂ ਲੱਗਣ ਦੇ ਕਾਰਨ ਮੌਤ ਹੋ ਗਈ। ਮਾਮਲਾ ਇਟੋਬੀਕੋ ਤੋਂ ਸਾਹਮਣੇ ਆਇਆ ਜਿੱਥੇ ਅੱਧੀ ਰਾਤ ਨੂੰ ਇੱਕ 20 ਸਾਲਾ ਨੌਜਵਾਨ ਦੇ ਉੱਪਰ ਚਾਕੂ ਦੇ ਨਾਲ ਹਮਲਾ ਕੀਤਾ ਗਿਆ। ਇਸ ਬਾਰੇ ਟੋਰਾਂਟੋ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਸ 20 ਸਾਲਾ ਨੌਜਵਾਨ ਦੀ ਹੁਣ ਮੌਤ ਹੋ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਘਟਨਾ ਦੇ ਬਾਰੇ 11:47 ਦੇ ਉੱਪਰ ਜਾਣਕਾਰੀ ਮਿਲੀ। ਜਦੋਂ ਉਹ ਮੌਕੇ ਵਾਲੀ ਥਾਂ ਦੇ ਉੱਪਰ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਵਿਅਕਤੀ ਦੇ ਕਈ ਸੱਟਾਂ ਲੱਗੀਆਂ ਹੋਈਆਂ ਸਨ। ਇਸ ਵਿਅਕਤੀ ਦੇ ਉੱਪਰ ਚਾਕੂ ਦੇ ਨਾਲ ਹਮਲਾ ਕੀਤਾ ਗਿਆ ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਪੈਰਾਮੈਡਿਕਸ ਅਤੇ ਫਾਇਰ ਫਾਈਟਰਸ ਦੇ ਵੱਲੋਂ ਇਸ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸ ਨੂੰ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇੱਥੇ ਹਸਪਤਾਲ ਦੇ ਵਿੱਚ ਉਸ ਦੀ ਮੌਤ ਹੋ ਗਈ। ਜਾਣਕਾਰੀ ਦੇ ਮੁਤਾਬਕ ਹੁਣ ਇਸ ਮਾਮਲੇ ਦੀ ਪੜਤਾਲ ਹੋਮਿਸਾਈਡ ਸਕੁਐਡ ਦੇ ਵੱਲੋਂ ਕੀਤੀ ਜਾ ਰਹੀ ਹੈ। ਫਿਲਹਾਲ ਉਹਨਾਂ ਵੱਲੋਂ ਵਿਕਟਮ ਦੀ ਪਹਿਚਾਣ ਜਾਣੀ ਕਿ ਉਸ ਦਾ ਨਾਮ ਜਨਤਕ ਨਹੀਂ ਕੀਤਾ ਗਿਆ। ਜਾਣਕਾਰੀ ਦੇ ਲਈ ਦੱਸ ਦਈਏ ਕਿ ਇਸ ਸਾਲ ਦਾ ਟੋਰਾਂਟੋ ਤੋਂ ਇੱਕ 63ਵਾਂ ਹੋਮਿਸਾਈਡ ਦਾ ਮਾਮਲਾ ਸਾਹਮਣੇ ਆਇਆ ਜਿਸ ਦੀ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਓਨਟਾਰੀਓ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਸਿਲੇਬਸ ਦੇ ਵਿੱਚ ਬਦਲਾਅ ਕੀਤਾ ਜਾਵੇਗਾ ਕਿਉਂਕਿ ਇੱਥੇ ਸਿਲੇਬਸ ਦੇ ਵਿੱਚ ਮੂਲ ਨਿਵਾਸੀਆਂ ਦੇ ਨਾਲ ਜੁੜੇ ਹੋਏ ਇਤਿਹਾਸ ਨੂੰ ਸ਼ਾਮਲ ਕੀਤਾ ਜਾਵੇਗਾ ਜਿਸ ਦੇ ਬਾਰੇ ਜਾਣਕਾਰੀ ਐਜੂਕੇਸ਼ਨ ਮਿਨਿਸਟਰ ਵੱਲੋਂ ਸਾਂਝੀ ਕੀਤੀ ਗਈ। ਓਨਟਾਰੀਓ ਵੱਲੋਂ ਇੰਡੀਜੀਅਸ ਕਮਿਊਨਿਟੀ ਦੇ ਨਾਲ ਜੁੜਿਆ ਹੋਇਆ ਵੱਡਾ ਐਲਾਨ ਕੀਤਾ ਗਿਆ ਜਿੱਥੇ ਓਨਟਾਰੀਓ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸਕੂਲਾਂ ਦੇ ਸਿਲੇਬਸ ਦੇ ਵਿੱਚ ਮੂਲ ਨਿਵਾਸੀਆਂ ਦੇ ਬਾਰੇ ਸਿੱਖਿਆ ਨੂੰ ਸ਼ਾਮਲ ਕੀਤਾ ਜਾਵੇਗਾ। ਓਨਟਾਰੀਓ ਸਰਕਾਰ ਵੱਲੋਂ ਇੰਡੀਜੀਅਸ ਕਮਿਊਨਿਟੀ ਦੇ ਬਾਰੇ ਸਿਲੇਬਸ ਦੇ ਵਿੱਚ ਸ਼ਾਮਲ ਕਰਨ ਦੇ ਲਈ ਜ਼ਿਆਦਾ ਸਮਾਂ ਅਤੇ ਰਕਮ ਖਰਚ ਕਰਨ ਦਾ ਵਾਅਦਾ ਕੀਤਾ ਗਿਆ। ਇਸ ਬਾਰੇ ਐਲਾਨ ਐਜੂਕੇਸ਼ਨ ਮਿਨਿਸਟਰ ਦੇ ਵੱਲੋਂ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਗ੍ਰੇਡ 1 ਤੋਂ ਗ੍ਰੇਡ 3 ਦੇ ਲਈ ਨਵਾਂ ਸਿਲੇਬਸ ਤਿਆਰ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਕੈਨੇਡਾ ਦੇ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਅਤੇ ਕੈਨੇਡਾ ਦੇ ਇੰਡੀਜੀਅਸ ਕਮਿਊਨਿਟੀ ਦੇ ਨਾਲ ਸੰਬੰਧਿਤ ਚੀਜ਼ਾਂ ਨੂੰ ਪੜ੍ਹਾਇਆ ਜਾਵੇਗਾ। ਉਹਨਾਂ ਦਾ ਕਹਿਣਾ ਹੈ ਕਿ ਇਸ ਦੀ ਸ਼ੁਰੂਆਤ 2023 ਤੋਂ ਲੈ ਕੇ 2024 ਦੇ ਸਕੂਲੀ ਸਾਲ ਤੋਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਹਨਾਂ ਵੱਲੋਂ ਮੂਲ ਨਿਵਾਸੀਆਂ ਦੀ ਜੋ ਭਾਸ਼ਾ ਹੈ ਉਹਨਾਂ ਨੂੰ ਸਕੂਲਾਂ ਦੇ ਵਿੱਚ ਲੈਂਗੁਏਜ ਆਪਸ਼ਨ ਦੇ ਤੌਰ ਦੇ ਉੱਪਰ ਦਿੱਤੇ ਜਾਣ ਦੀ ਵੀ ਪੇਸ਼ਕਸ਼ ਕੀਤੀ। ਦੱਸ ਦਈਏ ਕਿ ਕੈਨੇਡਾ ਦੇ ਵਿੱਚ ਅੱਜ ਪਹਿਲਾ ਨੈਸ਼ਨਲ ਡੇ ਫਾਰ ਟਰੂਥ ਐਂਡ ਰੀਕਨਸਾਈਲੇਸ਼ਨ ਮਨਾਇਆ ਗਿਆ। ਇਸ ਸੰਬੰਧੀ ਕੈਨੇਡਾ ਦੇ ਵਿੱਚ ਅੱਜ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਸੀ ਪਰ ਓਨਟਾਰੀਓ ਨੇ ਇਸ ਦਿਨ ਨੂੰ ਸੂਬੇ ਦੇ ਵਿੱਚ ਸਰਕਾਰੀ ਛੁੱਟੀ ਨਹੀਂ ਐਲਾਨਿਆ। ਦੱਸਣਯੋਗ ਹੈ ਕਿ ਪ੍ਰੋਵਿੰਸ ਦੀ ਪਿਛਲੀ ਲਿਬਰਲ ਸਰਕਾਰ ਨੇ 2016 ਦੇ ਵਿੱਚ ਵਾਅਦਾ ਕੀਤਾ ਸੀ ਕਿ ਐਲੀਮੈਂਟਰੀ ਅਤੇ ਸੈਕੰਡਰੀ ਪੱਧਰ ਦੇ ਉੱਪਰ ਸੋਸ਼ਲ ਸਾਇੰਸ, ਹਿਸਟਰੀ ਅਤੇ ਸਿਵਿਕਸ ਦੇ ਵਿੱਚ ਸਾਰੇ ਵਿਦਿਆਰਥੀਆਂ ਨੂੰ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਦੇ ਬਾਰੇ ਪੜ੍ਹਾਇਆ ਜਾਵੇਗਾ ਪਰ 2018 ਦੇ ਵਿੱਚ ਇਸ ਯੋਜਨਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੌਜੂਦਾ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਨੇ ਰੱਦ ਕਰ ਦਿੱਤਾ। ਓਨਟਾਰੀਓ ਦੇ ਵਿੱਚ ਮੌਜੂਦਾ ਸਿਲੇਬਸ ਅੰਦਰ ਮੂਲ ਨਿਵਾਸੀਆਂ ਦੇ ਵਿਸ਼ੇ ਗ੍ਰੇਡ 4 ਤੋਂ ਲੈ ਕੇ 6 ਦੀ ਸੋਸ਼ਲ ਸਾਇੰਸ ਅਤੇ ਗ੍ਰੇਡ 7, 8 ਤੇ 10 ਦੀ ਹਿਸਟਰੀ ਕਲਾਸਾਂ ਦੇ ਵਿੱਚ ਪੜ੍ਹਾਏ ਜਾਂਦੇ ਨੇ। ਹੁਣ ਸਰਕਾਰ ਦਾ ਕਹਿਣਾ ਹੈ ਕਿ ਗ੍ਰੇਡ 1 ਤੋਂ ਲੈ ਕੇ 3 ਦੇ ਲਈ ਤਿਆਰ ਕੀਤੇ ਜਾ ਰਹੇ ਸਿਲੇਬਸ ਮੂਲ ਨਿਵਾਸੀ ਭਾਈਚਾਰੇ ਦੀ ਸਲਾਹ ਦੇ ਨਾਲ ਤਿਆਰ ਕੀਤਾ ਜਾ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ 28 ਸਾਲਾਂ ਦੇ ਮਾਈਗ੍ਰੇਸ਼ਨ ਦੇ ਰਿਕਾਰਡ ਟੁੱਟੇ। ਇਸ ਦੀ ਜਾਣਕਾਰੀ ਸਟੈਟਿਸਟਿਕਸ ਕੈਨੇਡਾ ਵੱਲੋਂ ਸਾਂਝੀ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਭ ਤੋਂ ਵੱਧ ਰੈਜ਼ੀਡੈਂਟਸ ਆਏ ਨੇ। ਇਹ ਜਾਣਕਾਰੀ ਉਹਨਾਂ ਵੱਲੋਂ ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਦੇ ਮੁਕਾਬਲੇ ਸਾਂਝੀ ਕੀਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਾਈਗ੍ਰੇਸ਼ਨ ਦਾ ਰਿਕਾਰਡ ਟੁੱਟਿਆ ਜਿੱਥੇ 28 ਸਾਲਾਂ ਦੇ ਬਾਅਦ ਮਾਈਗ੍ਰੇਸ਼ਨ ਦੇ ਵਿੱਚ ਵਾਧਾ ਦਰਜ ਕੀਤਾ ਗਿਆ। ਜੀ ਹਾਂ, ਸਟੈਟਿਸਟਿਕਸ ਕੈਨੇਡਾ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਦੇ ਮੁਕਾਬਲੇ ਸਭ ਤੋਂ ਵੱਧ ਮਾਈਗ੍ਰੇਸ਼ਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਦੇਖਣ ਨੂੰ ਮਿਲਿਆ। ਇੱਥੇ ਇੰਟਰ ਪ੍ਰੋਵਿੰਸ਼ੀਅਲ ਮਾਈਗ੍ਰੇਸ਼ਨ ਦੇ ਵਿੱਚ ਵੱਡਾ ਨੈਟ ਗੇਨ ਦੇਖਿਆ ਗਿਆ ਹੈ। ਇਸ ਬਾਰੇ ਜਾਣਕਾਰੀ ਸਟੈਟਿਸਟਿਕਸ ਕੈਨੇਡਾ ਵੱਲੋਂ 29 ਸਤੰਬਰ ਨੂੰ ਜਾਰੀ ਕੀਤੀ ਗਈ। ਜਾਣਕਾਰੀ ਦੇ ਮੁਤਾਬਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 2020 ਤੋਂ ਲੈ ਕੇ 2021 ਦੌਰਾਨ 34,227 ਤੋਂ ਵੱਧ ਮਾਈਗ੍ਰੈਂਟ ਆਏ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹ ਵਾਧਾ 28 ਸਾਲਾਂ ਦੇ ਬਾਅਦ ਦੇਖਿਆ ਗਿਆ।
ਇਸ ਤੋਂ ਪਹਿਲਾਂ 1993 ਤੋਂ ਲੈ ਕੇ 1994 ਦੇ ਵਿਚਕਾਰ ਜ਼ਿਆਦਾ ਮਾਈਗ੍ਰੈਂਟਸ ਆਏ ਸਨ, ਜਿਸ ਸਮੇਂ ਰੈਜ਼ੀਡੈਂਟਸ ਦੀ ਗਿਣਤੀ 37,871 ਦੱਸੀ ਗਈ ਸੀ। ਇਸ ਤੋਂ ਬਾਅਦ ਨੋਵਾ ਸਕੋਸ਼ੀਆ ਦੇ ਲਈ 9,949, ਨਿਊ ਬਰਨਸਵਿਕ ਦੇ ਵਾਸਤੇ 3,887, ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਦੇ ਬਾਰੇ 785 ਰੈਜ਼ੀਡੈਂਟਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਐਲਬਰਟਾ ਦੇ ਵਿੱਚ 1,831, ਮੈਨੀਟੋਬਾ ਦੇ ਵਿੱਚ 9,685, ਸਸਕੈਚੁਆਨ ਦੇ ਵਿੱਚ 9,410 ਰੈਜ਼ੀਡੈਂਟਸ ਰਿਪੋਰਟ ਕੀਤੇ ਗਏ। ਦੱਸ ਦਈਏ ਕਿ ਪੂਰੇ ਕੈਨੇਡਾ ਦੇ ਵਿੱਚ ਇਸ ਸਮੇਂ ਪ੍ਰੀ ਪੈਂਡੈਮਿਕ ਲੈਵਲ ਦੇ ਉੱਪਰ ਪਹੁੰਚਣ ਦੇ ਲਈ ਜਦੋਜਹਿਦ ਕੀਤੀ ਜਾ ਰਹੀ ਹੈ। ਚਾਹੇ ਕੈਨੇਡਾ ਵੱਲੋਂ ਯਾਤਰਾ ਸੰਬੰਧੀ ਪਾਬੰਦੀਆਂ ਲਗਭਗ ਹਟਾ ਦਿੱਤੀਆਂ ਗਈਆਂ ਨੇ, ਪਰ ਫਿਰ ਵੀ ਅਜੇ ਤੱਕ ਪ੍ਰੀ ਪੈਂਡੈਮਿਕ ਲੈਵਲ ਦੇ ਉੱਪਰ ਕੈਨੇਡਾ ਨਹੀਂ ਪਹੁੰਚਿਆ। ਇਸ ਸਭ ਦੇ ਵਿਚਕਾਰ ਬ੍ਰਿਟਿਸ਼ ਕੋਲੰਬੀਆ ਤੋਂ ਇੱਕ ਚੰਗੀ ਖਬਰ ਸਾਹਮਣੇ ਆਈ ਹੈ, ਜਿਸ ਦੇ ਬਾਰੇ ਸਟੈਟਿਸਟਿਕਸ ਕੈਨੇਡਾ ਨੇ ਜਾਣਕਾਰੀ ਸਾਂਝੀ ਕੀਤੀ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਵੱਖ-ਵੱਖ ਪ੍ਰੋਵਿੰਸਸ ਦੇ ਮੁਕਾਬਲੇ ਸਭ ਤੋਂ ਵੱਧ ਰੈਜ਼ੀਡੈਂਟਸ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਏ ਨੇ। ਅਮਰੀਕਾ ਤੋਂ ਬੱਚਿਆਂ ਨੂੰ ਕੋਵਿਡ-19 ਵੈਕਸੀਨ ਲਗਵਾਉਣ ਸੰਬੰਧੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਉਮੀਦ ਕੀਤੀ ਜਾ ਰਹੀ ਹੈ ਕਿ ਹੈਲੋਵੀਨ ਦੌਰਾਨ 5 ਸਾਲ ਤੋਂ 11 ਸਾਲ ਦੀ ਉਮਰ ਵਾਲੇ ਬੱਚਿਆਂ ਨੂੰ ਵੀ ਕੋਵਿਡ-19 ਵੈਕਸੀਨ ਲਗਾਈ ਜਾ ਸਕੇਗੀ। ਦੱਸ ਦਈਏ ਕਿ ਫਾਈਜ਼ਰ ਵੱਲੋਂ ਆਪਣਾ ਡਾਟਾ ਯੂਐਸ ਨੂੰ ਸੌਂਪ ਦਿੱਤਾ ਗਿਆ ਹੈ, ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਕਲੀਨਿਕਲ ਟ੍ਰਾਇਲ ਦੇ ਵਿੱਚ ਬੱਚਿਆਂ ਦੇ ਉੱਪਰ ਕੋਵਿਡ-19 ਵੈਕਸੀਨ ਸੁਰੱਖਿਅਤ ਪਾਈ ਗਈ। ਅਮਰੀਕਾ ਦੇ ਵਿੱਚ ਹੁਣ ਹੈਲੋਵੀਨ ਦੇ ਨੇੜੇ ਛੋਟੇ ਬੱਚਿਆਂ ਨੂੰ ਵੀ ਕੋਰੋਨਾ ਵੈਕਸੀਨ ਲਗਾਈ ਜਾਵੇਗੀ, ਪਰ ਇਸ ਸੰਬੰਧੀ ਅਜੇ ਕੈਨੇਡਾ ਤੋਂ ਜਾਣਕਾਰੀ ਸਾਹਮਣੇ ਨਹੀਂ ਆਈ। ਜੀ ਹਾਂ, ਫਾਰਮਾਸਿਊਟੀਕਲ ਕੰਪਨੀ ਫਾਈਜ਼ਰ ਦੇ ਵੱਲੋਂ ਜੋ ਬੱਚਿਆਂ ਦੇ ਉੱਪਰ ਕਲੀਨਿਕਲ ਟ੍ਰਾਇਲ ਕਰਵਾਇਆ ਗਿਆ, ਉਸ ਦਾ ਡਾਟਾ ਯੂਐਸ ਨੂੰ ਭੇਜ ਦਿੱਤਾ ਗਿਆ ਹੈ ਤਾਂ ਕਿ ਇੱਥੇ ਉਹਨਾਂ ਨੂੰ 5 ਤੋਂ 11 ਸਾਲ ਦੇ ਬੱਚਿਆਂ ਦੇ ਲਈ ਐਮਰਜੈਂਸੀ ਯੂਜ਼ ਦੀ ਇਜਾਜ਼ਤ ਮਿਲ ਸਕੇ। ਹੁਣ ਕੰਪਨੀ ਦੇ ਬੋਰਡ ਆਫ ਡਾਇਰੈਕਟਰਸ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਅਮਰੀਕਾ ਦੇ ਵਿੱਚ ਹੈਲੋਵੀਨ ਦੇ ਨੇੜੇ 5 ਸਾਲ ਤੋਂ ਲੈ ਕੇ 11 ਸਾਲ ਦੇ ਬੱਚਿਆਂ ਨੂੰ ਵੀ ਕੋਵਿਡ-19 ਵੈਕਸੀਨ ਲਗਾਈ ਜਾ ਸਕੇ, ਪਰ ਕੈਨੇਡਾ ਦੇ ਵਿੱਚ ਇਸ ਉਮਰ ਦੇ ਬੱਚਿਆਂ ਨੂੰ ਕੋਵਿਡ-19 ਵੈਕਸੀਨ ਲਗਵਾਉਣ ਦੇ ਲਈ ਅਜੇ ਥੋੜਾ ਇੰਤਜ਼ਾਰ ਕਰਨਾ ਪਵੇਗਾ, ਕਿਉਂਕਿ ਫਾਈਜ਼ਰ ਬਾਇਓਟੈਕ ਕੰਪਨੀ ਵੱਲੋਂ ਹੈਲਥ ਕੈਨੇਡਾ ਨੂੰ ਡਾਟਾ ਭੇਜਣ ਸੰਬੰਧੀ ਕੋਈ ਵੀ ਅਪਡੇਟ ਸਾਂਝੀ ਨਹੀਂ ਕੀਤੀ ਗਈ। ਦੱਸ ਦਈਏ ਕਿ ਯੂਐਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਕਮਿਸ਼ਨਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਹੋ ਸਕਦਾ ਹੈ ਕਿ ਅਮਰੀਕਾ ਦੇ ਵਿੱਚ ਇਸ ਫਾਰਮਾਸਿਊਟੀਕਲ ਕੰਪਨੀ ਫਾਈਜ਼ਰ ਨੂੰ 5 ਸਾਲ ਤੋਂ ਲੈ ਕੇ 11 ਸਾਲ ਦੇ ਬੱਚਿਆਂ ਨੂੰ ਹੈਲੋਵੀਨ ਦੇ ਨੇੜੇ ਟੀਕਾ ਲਗਾਉਣ ਸੰਬੰਧੀ ਇਜਾਜ਼ਤ ਮਿਲ ਸਕਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇ FDA ਵੱਲੋਂ 5 ਸਾਲ ਤੋਂ ਲੈ ਕੇ 11 ਸਾਲ ਦੇ ਬੱਚਿਆਂ ਦੇ ਲਈ ਇਸ ਟੀਕੇ ਨੂੰ ਸੇਫ ਪਾਇਆ ਜਾਂਦਾ ਹੈ ਤਾਂ ਉਹਨਾਂ ਵੱਲੋਂ ਮਾਨਤਾ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਪਿਛਲੇ ਸਾਲ ਫਾਈਜ਼ਰ ਦੇ ਵੱਲੋਂ ਹੈਲਥ ਕੈਨੇਡਾ ਨੂੰ ਅਕਤੂਬਰ ਮਹੀਨੇ ਦੌਰਾਨ ਡਾਟਾ ਭੇਜਣ ਦੀ ਸ਼ੁਰੂਆਤ ਕਰ ਦਿੱਤੀ ਗਈ ਸੀ। ਇਹ ਡਾਟਾ ਉਹਨਾਂ ਵੱਲੋਂ 12 ਸਾਲ ਤੋਂ 17 ਸਾਲ ਦੀ ਉਮਰ ਵਾਲੇ ਬੱਚਿਆਂ ਦੇ ਲਈ ਭੇਜਿਆ ਗਿਆ ਸੀ। ਇਸ ਤੋਂ 2 ਮਹੀਨਿਆਂ ਦੇ ਬਾਅਦ ਹੀ ਦਸੰਬਰ 9 ਨੂੰ ਹੈਲਥ ਕੈਨੇਡਾ ਵੱਲੋਂ ਇਸ ਉਮਰ ਦੇ ਬੱਚਿਆਂ ਦੇ ਲਈ ਕੋਵਿਡ-19 ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਸੀ। ਮੌਜੂਦਾ ਸਮੇਂ ਕੈਨੇਡਾ ਦੇ ਵਿੱਚ 12 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਕੋਵਿਡ-19 ਵੈਕਸੀਨ ਲਗਾਈ ਜਾ ਰਹੀ ਹੈ, ਪਰ ਹੁਣ ਫਾਰਮਾਸਿਊਟੀਕਲ ਕੰਪਨੀ ਫਾਈਜ਼ਰ ਦਾ ਕਹਿਣਾ ਹੈ ਕਿ ਜੋ ਉਹਨਾਂ ਵੱਲੋਂ 5 ਸਾਲ ਤੋਂ 11 ਸਾਲ ਦੇ ਬੱਚਿਆਂ ਦੇ ਉੱਪਰ ਕਲੀਨਿਕਲ ਟ੍ਰਾਇਲ ਕੀਤਾ ਗਿਆ, ਉਸ ਦੇ ਵਿੱਚ ਇਹਨਾਂ ਬੱਚਿਆਂ ਦੇ ਉੱਪਰ ਟੀਕਾ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਪਾਇਆ ਗਿਆ ਹੈ, ਜਿਸ ਦੇ ਚੱਲਦਿਆਂ ਉਹਨਾਂ ਵੱਲੋਂ ਯੂਐਸ ਨੂੰ ਡਾਟਾ ਭੇਜ ਦਿੱਤਾ ਗਿਆ ਹੈ ਤੇ ਹੁਣ ਉਹਨਾਂ ਵੱਲੋਂ ਉਮੀਦ ਕੀਤੀ ਜਾ ਰਹੀ ਹੈ ਕਿ ਹੈਲੋਵੀਨ ਦੇ ਨੇੜੇ ਬੱਚਿਆਂ ਨੂੰ ਵੀ ਕੋਵਿਡ-19 ਵੈਕਸੀਨ ਲਗਾਈ ਜਾ ਸਕੇਗੀ। ਸਰੀ ਦੇ ਸਕੂਲ ਬੋਰਡ ਵੱਲੋਂ ਮਾਸਕ ਦੇ ਨਾਲ ਸੰਬੰਧਿਤ ਫੈਸਲਾ ਕੀਤਾ ਗਿਆ, ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਸਾਰੇ ਵਿਦਿਆਰਥੀਆਂ ਦੇ ਵਾਸਤੇ ਹੁਣ ਮਾਸਕ ਪਾਉਣਾ ਜ਼ਰੂਰੀ ਹੋਵੇਗਾ। ਸਰੀ ਸਕੂਲ ਬੋਰਡ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ, ਜਿੱਥੇ ਉਹਨਾਂ ਵੱਲੋਂ ਸਾਰੇ ਗ੍ਰੇਡਸ ਦੇ ਵਾਸਤੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ। ਸਰੀ ਸਕੂਲ ਬੋਰਡ ਵੱਲੋਂ ਜੋ ਇਹ ਐਲਾਨ ਕੀਤਾ ਗਿਆ, ਇਹ ਅਗਲੇ ਹਫ਼ਤੇ ਲਾਗੂ ਹੋ ਜਾਵੇਗਾ। ਦੱਸ ਦਈਏ ਕਿ ਬੋਰਡ ਅਤੇ ਡਿਸਟ੍ਰਿਕਟ ਸਟਾਫ ਦੇ ਵੱਲੋਂ ਫਰੀਜ਼ਰ ਹੈਲਥ ਦੇ ਹੈਲਥ ਆਫੀਸਰਸ ਦੇ ਨਾਲ ਪ੍ਰੋਟੋਕਾਲਸ ਅਤੇ ਕੋਵਿਡ ਦੇ ਕੰਸਰਨ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਬਾਅਦ ਡਿਸਟ੍ਰਿਕਟ ਨੇ ਐਲਾਨ ਕੀਤਾ ਕਿ ਅਗਲੇ ਹਫ਼ਤੇ ਤੋਂ ਸਾਰੇ ਗ੍ਰੇਡਸ ਦੇ ਵਾਸਤੇ ਮਾਸਕ ਪਾਉਣਾ ਲਾਜ਼ਮੀ ਹੋ ਜਾਵੇਗਾ, ਜਿਸ ਦਾ ਮਤਲਬ ਹੈ ਕਿ ਕਿੰਡਰਗਾਰਟਨ ਤੋਂ ਲੈ ਕੇ ਗ੍ਰੇਡ 3 ਦੇ ਵਿਦਿਆਰਥੀਆਂ ਲਈ ਵੀ ਮਾਸਕ ਪਾਉਣਾ ਜ਼ਰੂਰੀ ਹੋਵੇਗਾ। ਇਸ ਦੀ ਸ਼ੁਰੂਆਤ ਅਕਤੂਬਰ 4 ਤੋਂ ਹੋ ਜਾਵੇਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੈਨਕੂਵਰ ਸਕੂਲ ਬੋਰਡ ਵੱਲੋਂ ਵੀ ਅਜਿਹਾ ਫੈਸਲਾ ਲਿਆ ਗਿਆ, ਜਿਸ ਤੋਂ ਬਾਅਦ ਹੁਣ ਸਰੀ ਸਕੂਲ ਬੋਰਡ ਵੱਲੋਂ ਵੀ ਮਾਸਕ ਸੰਬੰਧੀ ਐਲਾਨ ਕੀਤਾ ਗਿਆ। ਇਸ ਤੋਂ ਪਹਿਲਾਂ ਅਗਸਤ 24 ਨੂੰ ਐਜੂਕੇਸ਼ਨ ਮਿਨਿਸਟਰ ਅਤੇ ਪ੍ਰੋਵਿੰਸ਼ੀਅਲ ਹੈਲਥ ਆਫੀਸਰ ਡਾਕਟਰ ਬੋਨੀ ਹੈਨਰੀ ਵੱਲੋਂ ਕਿਹਾ ਗਿਆ ਸੀ ਕਿ ਸਾਰੇ ਸਟਾਫ ਅਤੇ ਗ੍ਰੇਡ 4 ਤੋਂ ਲੈ ਕੇ 12 ਤੱਕ ਦੇ ਵਿਦਿਆਰਥੀਆਂ ਦੇ ਲਈ ਮਾਸਕ ਪਾਉਣਾ ਜ਼ਰੂਰੀ ਹੋਵੇਗਾ, ਪਰ ਹੁਣ ਉਹਨਾਂ ਵੱਲੋਂ ਸਾਰੇ ਗ੍ਰੇਡਸ ਦੇ ਵਾਸਤੇ ਅਜਿਹਾ ਕਦਮ ਚੁੱਕਿਆ ਗਿਆ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲੇ ਵਧ ਰਹੇ ਹਨ।
ਪ੍ਰੋਵਿੰਸਸ ਦੇ ਵਿੱਚ ਕੋਰੋਨਾ ਵਾਇਰਸ ਦੀ ਚੌਥੀ ਲਹਿਰ ਦਾ ਪ੍ਰਭਾਵ ਵੀ ਦੇਖਣ ਨੂੰ ਮਿਲ ਰਿਹਾ ਹੈ। ਇਹਨਾਂ ਸੂਬਿਆਂ ਦੇ ਵਿੱਚ ਸਕੂਲ ਵੀ ਮੁੜ ਤੋਂ ਖੁੱਲ ਚੁੱਕੇ ਨੇ, ਜਿਸ ਤੋਂ ਬਾਅਦ ਬੱਚਿਆਂ ਨੂੰ ਲੈ ਕੇ ਲਗਾਤਾਰ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਹੁਣ ਕਈ ਸਕੂਲਾਂ ਵੱਲੋਂ ਅਜਿਹਾ ਐਲਾਨ ਕੀਤਾ ਗਿਆ ਜਿੱਥੇ ਮਾਸਕ ਪਾਉਣਾ ਵਿਦਿਆਰਥੀਆਂ ਦੇ ਲਈ ਲਾਜ਼ਮੀ ਕਰ ਦਿੱਤਾ ਗਿਆ ਹੈ। ਅਜਿਹਾ ਹੀ ਕਦਮ ਸਰੀ ਸਕੂਲ ਬੋਰਡ ਵੱਲੋਂ ਵੀ ਚੁੱਕਿਆ ਗਿਆ, ਜਿੱਥੇ ਉਹਨਾਂ ਵੱਲੋਂ ਸਾਰੇ ਗ੍ਰੇਡ ਦੇ ਵਾਸਤੇ ਮਾਸਕ ਨੂੰ ਲਾਜ਼ਮੀ ਕਰ ਦਿੱਤਾ ਹੈ। ਟੋਰਾਂਟੋ ਤੋਂ ਮਾਮਲਾ ਸਾਹਮਣੇ ਹੈ, ਜਿੱਥੇ ਇਲੈਕਸ਼ਨਸ ਕੈਨੇਡਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 2 ਪੋਲਿੰਗ ਬੂਥ ਦੇ ਉੱਪਰ ਜਿਹੜੇ ਪੋਲ ਵਰਕਰ ਮੌਜੂਦ ਸਨ ਉਹ ਕੋਰੋਨਾ ਵਾਇਰਸ ਦਾ ਸ਼ਿਕਾਰ ਪਾਏ ਗਏ। ਇਸ ਤੋਂ ਬਾਅਦ ਹੈਲਥ ਆਫੀਸ਼ੀਅਲਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਹਲਕੇ ਜਿਹੇ ਵੀ ਸਿੰਪਟਮਸ ਆਉਂਦੇ ਨੇ ਤਾਂ ਉਹ ਆਪਣੇ ਆਪ ਨੂੰ ਸੈਲਫ ਮੋਨੀਟਰ ਕਰੇ। ਟੋਰਾਂਟੋ ਦੇ 2 ਇਲੈਕਸ਼ਨ ਪੋਲਿੰਗ ਤੋਂ ਐਕਸਪੋਜ਼ਰ ਦੇ ਮਾਮਲੇ ਸਾਹਮਣੇ ਆਏ ਹਨ। ਹੁਣ ਟੋਰਾਂਟੋ ਪੁਲਿਸ ਹੈਲਥ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਵੀ ਇਹਨਾਂ ਪੋਲਿੰਗ ਸਟੇਸ਼ਨ ਦੇ ਉੱਪਰ ਮੌਜੂਦ ਸਨ, ਜੇਕਰ ਉਹਨਾਂ ਨੂੰ ਹਲਕੇ ਜਿਹੇ ਵੀ ਸਿੰਪਟਮ ਆਉਂਦੇ ਨੇ ਤਾਂ ਉਹ ਖੁਦ ਨੂੰ ਸੈਲਫ ਮੋਨੀਟਰ ਕਰਨ। ਟੋਰਾਂਟੋ ਪਬਲਿਕ ਹੈਲਥ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇੱਥੋਂ ਦੇ 2 ਪੋਲਿੰਗ ਸਟੇਸ਼ਨ ਦੇ ਉੱਪਰ ਐਕਸਪੋਜ਼ਰ ਦੇ ਮਾਮਲੇ ਸਾਹਮਣੇ ਆਏ, ਜਿਸ ਦੇ ਵਿੱਚ ਪੋਲ ਵਰਕਰਸ ਵੀ ਸ਼ਾਮਿਲ ਨੇ। ਇਲੈਕਸ਼ਨਸ ਕੈਨੇਡਾ ਵੱਲੋਂ ਟੋਰਾਂਟੋ ਪਬਲਿਕ ਹੈਲਥ ਨੂੰ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 2570 ਸੇਂਟ ਕਲੇਅਰ ਐਵੀਨਿਊ ਦੇ ਵਿੱਚ ਜਿਹੜੇ ਪੋਲਿੰਗ ਸਟੇਸ਼ਨ ਸਨ, ਉੱਥੋਂ ਦੇ ਪੋਲ ਵਰਕਰਸ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਨੇ। ਜਿਹੜੇ ਵਰਕਰਸ ਕੋਰੋਨਾ ਪੋਜ਼ਿਟਿਵ ਪਾਏ ਗਏ ਉਹ ਇੱਥੇ 9:30 ਵਜੇ ਤੋਂ ਹੀ ਮੌਜੂਦ ਸਨ। ਇਹ ਵਰਕਰਸ ਉਦੋਂ ਤੱਕ ਇੱਥੇ ਰਹੇ ਜਦੋਂ ਤੱਕ ਕਾਊਂਟਿੰਗ ਜਾਣੀ ਕਿ ਗਿਣਤੀ ਹੁੰਦੀ ਰਹੀ। ਇਸ ਤੋਂ ਬਾਅਦ ਹੁਣ ਇਹ ਸਲਾਹ ਦਿੱਤੀ ਜਾ ਰਹੀ ਹੈ ਜਿਹੜੇ ਵੀ ਇਸ ਪੋਲਿੰਗ ਬੂਥ ਦੇ ਉੱਪਰ ਆਏ ਹਨ ਉਹ ਆਪਣੇ ਆਪ ਨੂੰ ਸੈਲਫ ਮੋਨੀਟਰ ਕਰਨ। ਇਹ ਨਿਯਮ ਉਹਨਾਂ ਦੇ ਉੱਪਰ ਵੀ ਲਾਗੂ ਹੋਵੇਗਾ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟ ਲਗਵਾਏ ਗਏ ਨੇ। ਇਸ ਦੇ ਨਾਲ ਹੀ TPH ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਜਿਨ੍ਹਾਂ ਦੇ ਨਾਲ ਸੰਪਰਕ ਹੋ ਸਕਿਆ ਉਹਨਾਂ ਵੱਲੋਂ ਉਹਨਾਂ ਵਿਅਕਤੀਆਂ ਦੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਟੈਸਟ ਕਰਵਾਉਣ ਦੇ ਵਾਸਤੇ ਕਿਹਾ ਗਿਆ ਹੈ। ਇਸ ਦੇ ਨਾਲ ਹੀ ਇਲੈਕਸ਼ਨਸ ਕੈਨੇਡਾ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 975 ਕਿੰਗਸਟਨ ਰੋਡ ਦੇ ਉੱਪਰ ਜਿਹੜੇ ਵਰਕਰ ਮੌਜੂਦ ਸਨ ਉਹਨਾਂ ਵਿੱਚੋਂ ਇੱਕ ਕੋਰੋਨਾ ਪੋਜ਼ਿਟਿਵ ਪਾਇਆ ਗਿਆ। ਇਹ ਵਰਕਰ ਸਤੰਬਰ 11 ਤੋਂ ਲੈ ਕੇ 12 ਦੌਰਾਨ ਐਡਵਾਂਸ ਪੋਲਿੰਗ ਦੇ ਵਿੱਚ ਮੌਜੂਦ ਸੀ। ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਵੱਡੀ ਮਾਤਰਾ ਦੇ ਵਿੱਚ ਨਸ਼ਾ ਬਰਾਮਦ ਹੋਇਆ। ਪੁਲਿਸ ਦਾ ਕਹਿਣਾ ਹੈ ਕਿ ਨਸ਼ੇ ਦੇ ਨਾਲ ਹੀ ਉਹਨਾਂ ਵੱਲੋਂ 2 ਸਿਮ ਵੀ ਬਰਾਮਦ ਕੀਤੇ ਗਏ, ਜਿਸ ਦੀ ਜਾਣਕਾਰੀ ਉਹਨਾਂ ਵੱਲੋਂ ਰਿਲੀਜ਼ ਦੇ ਵਿੱਚ ਸਾਂਝੀ ਕੀਤੀ ਗਈ। ਕਰੈਕਸ਼ਨਲ ਸਰਵਿਸ ਆਫ ਕੈਨੇਡਾ ਦੇ ਸਟਾਫ ਵੱਲੋਂ ਵੱਡੀ ਮਾਤਰਾ ਦੇ ਵਿੱਚ ਨਸ਼ਾ ਬਰਾਮਦ ਕੀਤਾ ਗਿਆ। ਇਸ ਦੌਰਾਨ ਉਹਨਾਂ ਵੱਲੋਂ ਨਸ਼ੇ ਦੇ ਕਈ ਪੈਕੇਟ ਬਰਾਮਦ ਕੀਤੇ ਗਏ, ਜਿਸ ਦੀ ਕੀਮਤ $95,000 ਦੱਸੀ ਗਈ ਹੈ। CSE ਵੱਲੋਂ ਇੱਕ ਰਿਲੀਜ਼ ਜਾਰੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ 92 ਗ੍ਰਾਮ ਕ੍ਰਿਸਟਲ ਮੈਥਮਫੈਟਾਮਾਈਨ, 22 ਗ੍ਰਾਮ ਕੋਕੇਨ, 82 ਗ੍ਰਾਮ THC ਅਤੇ 2 ਸਿਮ ਕਾਰਡ ਬਰਾਮਦ ਕੀਤੇ ਗਏ। ਪੁਲਿਸ ਦਾ ਕਹਿਣਾ ਹੈ ਕਿ ਜੋ ਨਸ਼ਾ ਉਹਨਾਂ ਵੱਲੋਂ ਬਰਾਮਦ ਕੀਤਾ ਗਿਆ ਉਸ ਦੀ ਕੀਮਤ $95,800 ਬਣਦੀ ਹੈ। ਇਸ ਦੌਰਾਨ CSE ਵੱਲੋਂ ਕਿਹੜੇ ਮੈਸ਼ਰਸ ਅਪਣਾਏ ਗਏ ਇਸ ਦਾ ਜ਼ਿਕਰ ਵੀ ਉਹਨਾਂ ਨੇ ਰਿਲੀਜ਼ ਦੇ ਵਿੱਚ ਕੀਤਾ ਹੈ। ਸਟੇਟਮੈਂਟ ਦੇ ਵਿੱਚ ਉਹਨਾਂ ਜਾਣਕਾਰੀ ਦਿੱਤੀ ਕਿ CSE ਵੱਲੋਂ ਪੁਲਿਸ ਦੇ ਨਾਲ ਮਿਲ ਕੇ ਇਸ ਮੁੱਦੇ ਦੇ ਉੱਪਰ ਕੰਮ ਕੀਤਾ ਗਿਆ। ਇਸ ਦੇ ਨਾਲ ਹੀ ਉਹਨਾਂ ਵੱਲੋਂ ਇੱਕ ਟੋਲ ਫ੍ਰੀ ਨੰਬਰ ਵੀ ਜਾਰੀ ਕੀਤਾ ਗਿਆ ਹੈ ਜਿਸ ਦੇ ਉੱਪਰ ਸੰਪਰਕ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਨਸ਼ੇ ਦੇ ਨਾਲ ਸੰਬੰਧਿਤ ਜਾਣਕਾਰੀ 1866-780-3784 ਦੇ ਉੱਪਰ ਦਿੱਤੀ ਜਾ ਸਕਦੀ ਹੈ। ਸਰੀ ਤੋਂ ਵੈਕਸੀਨੇਸ਼ਨ ਦੇ ਨਾਲ ਜੁੜੀ ਹੋਈ ਚੰਗੀ ਖਬਰ ਸਾਹਮਣੇ ਆਈ ਹੈ ਜਿਸ ਦੇ ਮੁਤਾਬਕ ਸਰੀ ਦੇ ਵਿੱਚ ਵੱਧ ਲੋਕਾਂ ਵੱਲੋਂ ਕੋਵਿਡ-19 ਵੈਕਸੀਨ ਹਾਸਲ ਕੀਤੀ ਗਈ ਹੈ। ਜਾਣਕਾਰੀ ਦੇ ਮੁਤਾਬਕ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਦੋਨੋਂ ਸ਼ਾਟਸ ਲਗਵਾ ਲਏ ਨੇ। ਕਿੰਨੀ ਆਬਾਦੀ ਵੱਲੋਂ ਕਿੰਨੀ ਫੀਸਦੀ ਲੋਕਾਂ ਵੱਲੋਂ ਇਹ ਵੈਕਸੀਨ ਹਾਸਲ ਕੀਤੀ ਗਈ ਜਾਣਕਾਰੀ ਦੇਵਾਂਗੇ ਇਸ ਖਬਰ ਦੇ ਵਿੱਚ। ਸਰੀ ਦੇ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਮਾਮਲਿਆਂ ਦੀ ਗਿਣਤੀ ਵਧਣ ਲੱਗੀ ਹੈ। ਸਤੰਬਰ 19 ਤੋਂ ਲੈ ਕੇ 25 ਦੇ ਵਿਚਕਾਰ ਇੱਥੋਂ 344 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਦਕਿ ਸਤੰਬਰ 12 ਤੋਂ ਲੈ ਕੇ 18 ਦਰਮਿਆਨ 291 ਮਾਮਲੇ ਸਾਹਮਣੇ ਆਏ ਸਨ। ਇਸ ਦੀ ਜਾਣਕਾਰੀ BCCDC ਵੱਲੋਂ ਸਾਂਝੀ ਕੀਤੀ ਗਈ। ਜਾਣਕਾਰੀ ਦੇ ਮੁਤਾਬਕ ਸਤੰਬਰ 19 ਤੋਂ ਲੈ ਕੇ 25 ਦੇ ਵਿਚਕਾਰ ਐਪਸਫੋਰਡ ਤੋਂ 228, ਮੇਪਲ ਰਿਜ ਤੋਂ 202, ਲੈਂਗਲੇ ਤੋਂ 199, ਬਰਨਵੀ ਤੋਂ 147, ਟ੍ਰਾਈ ਸਿਟੀਜ਼ ਤੋਂ 130, ਮਿਸ਼ਨ ਤੋਂ 95, ਸਾਊਥ ਸਰੀ ਵਾਈਟ ਰੌਕ ਤੋਂ 70, ਰਿਚਮੰਡ ਤੋਂ 68, ਨਾਰਥ ਵੈਨਕੂਵਰ ਤੋਂ 67, ਨਿਊ ਵੈਸਟਮਿੰਸਟਰ ਤੋਂ 46, ਡੈਲਟਾ ਤੋਂ 43, ਵੈਸਟ ਵੈਨਕੂਵਰ ਤੋਂ 17 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਵੈਕਸੀਨੇਸ਼ਨ ਦੇ ਨਾਲ ਜੁੜੀ ਹੋਈ ਜਾਣਕਾਰੀ ਦੇ ਮੁਤਾਬਕ ਸਰੀ ਦੇ ਵਿੱਚ ਵੱਡੀ ਪੱਧਰ ਦੇ ਉੱਪਰ ਵੈਕਸੀਨ ਵੀ ਲੱਗ ਚੁੱਕੀ ਹੈ। 27 ਸਤੰਬਰ ਤੱਕ ਨਾਰਥ ਸਰੀ ਦੇ ਵਿੱਚ 80%, ਵੈਲੀ ਦੇ ਵਿੱਚ 83%,
ਗਿਲਫੋਰਡ ਦੇ ਵਿੱਚ 80%, ਵੈਸਟ ਨਿਊਟਨ ਦੇ ਵਿੱਚ 85%, ਈਸਟ ਨਿਊਟਨ ਦੇ ਵਿੱਚ 85%, ਫਲੀਟਵੁੱਡ ਦੇ ਵਿੱਚ 85%, ਕਲੋਵਰਡੇਲ ਦੇ ਵਿੱਚ 83%, ਪੈਨੋਰਾਮਾ ਦੇ ਵਿੱਚ 86%, ਸਾਊਥ ਸਰੀ ਦੇ ਵਿੱਚ 84% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀਆਂ ਦੋਨੋਂ ਡੋਜ਼ ਹਾਸਲ ਕਰ ਲਈਆਂ ਗਈਆਂ। 18 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਵੱਲੋਂ ਨਾਰਥ ਸਰੀ ਦੇ ਵਿੱਚ 80%, ਵੈਲੀ ਦੇ ਵਿੱਚ 84%, ਗਿਲਫੋਰਡ ਦੇ ਵਿੱਚ 81%, ਵੈਸਟ ਨਿਊਟਨ ਦੇ ਵਿੱਚ 86%, ਈਸਟ ਨਿਊਟਨ ਦੇ ਵਿੱਚ 86%, ਫਲੀਟਵੁੱਡ ਦੇ ਵਿੱਚ 86%, ਕਲੋਵਰਡੇਲ ਦੇ ਵਿੱਚ 84%, ਪੈਨੋਰਾਮਾ ਦੇ ਵਿੱਚ 87%, ਸਾਊਥ ਸਰੀ ਦੇ ਵਿੱਚ 84% ਆਬਾਦੀ ਨੇ ਕੋਵਿਡ-19 ਵੈਕਸੀਨ ਦੀਆਂ ਦੋਨੋਂ ਡੋਜ਼ ਲਗਵਾ ਲਈਆਂ। ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕੋਰੋਨਾ ਵਾਇਰਸ ਦੇ ਕੀ ਹਾਲਾਤ ਬਣੇ ਹੋਏ ਨੇ, ਕਿਸ ਸੂਬੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ, ਸਾਰੀ ਜਾਣਕਾਰੀ ਦੇਵਾਂਗੇ ਇਸ ਖਬਰ ਦੇ ਵਿੱਚ, ਨਾਲ ਹੀ ਦੱਸਾਂਗੇ ਕੇਸਿਸ ਓਵਰਵਿਊ। ਓਨਟਾਰੀਓ ਵੱਲੋਂ ਅੱਜ ਨੈਸ਼ਨਲ ਡੇ ਫਾਰ ਟਰੂਥ ਐਂਡ ਰੀਕਨਸਾਈਲੇਸ਼ਨ ਦੇ ਮੌਕੇ ਦੇ ਉੱਪਰ ਕੋਰੋਨਾ ਵਾਇਰਸ ਅਪਡੇਟ ਸਾਂਝੀ ਨਹੀਂ ਕੀਤੀ ਗਈ। ਪਰ ਇਸ ਦੇ ਨਾਲ ਹੀ ਦੱਸ ਦਈਏ ਕਿ ਕੱਲ ਓਨਟਾਰੀਓ ਤੋਂ 495 ਮਾਮਲੇ ਸਾਹਮਣੇ ਆਏ ਸਨ। ਪ੍ਰੋਵਿੰਸ ਦੇ ਵਿੱਚ ਹੁਣ ਤੱਕ 5,85,502 ਕੁੱਲ ਕੋਰੋਨਾ ਦੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਹਸਪਤਾਲ ਦੇ ਵਿੱਚ 292 ਮਰੀਜ਼ ਦੱਸੇ ਜਾ ਰਹੇ ਨੇ। ਇਸ ਦੇ ਨਾਲ 172 ਮਰੀਜ਼ਾਂ ਦੀ ਗਿਣਤੀ ਇੰਟੈਂਸਿਵ ਕੇਅਰ ਅਧੀਨ ਹਨ। ਇੱਥੇ ਪ੍ਰੋਵਿੰਸ ਦੇ ਵਿੱਚ ਵੈਂਟੀਲੇਟਰ ਦੇ ਉੱਪਰ 123 ਮਰੀਜ਼ ਦੱਸੇ ਜਾ ਰਹੇ ਨੇ। ਹੁਣ ਤੱਕ ਇਸ ਪ੍ਰੋਵਿੰਸ ਦੇ ਵਿੱਚ 9,723 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। ਕੱਲ ਟੋਰਾਂਟੋ ਤੋਂ 24 ਘੰਟਿਆਂ ਦੌਰਾਨ 123 ਮਾਮਲੇ ਸਾਹਮਣੇ ਆਏ ਸਨ ਤੇ ਟੋਰਾਂਟੋ ਦੇ ਵਿੱਚ ਹੁਣ ਤੱਕ 1,78,498 ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਹਸਪਤਾਲ ਦੇ ਵਿੱਚ 55 ਮਰੀਜ਼ ਨੇ ਤੇ ਹੁਣ ਤੱਕ 3,659 ਮੌਤਾਂ ਇਸ ਵਾਇਰਸ ਦੇ ਕਾਰਨ ਹੋ ਚੁੱਕੀਆਂ ਨੇ। ਕਿਊਬੈਕ ਤੋਂ 24 ਘੰਟਿਆਂ ਦੌਰਾਨ 655 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਅਤੇ ਇਹਨਾਂ 24 ਘੰਟਿਆਂ ਦੌਰਾਨ 2 ਜਾਨਾਂ ਇਸ ਵਾਇਰਸ ਦੇ ਕਾਰਨ ਚਲੀਆਂ ਗਈਆਂ। ਹੁਣ ਤੱਕ ਪ੍ਰੋਵਿੰਸ ਦੇ ਵਿੱਚ 4,10,180 ਦੇ ਕਰੀਬ ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 11,371 ਜਾਨਾਂ ਇਸ ਵਾਇਰਸ ਦੇ ਕਾਰਨ ਚਲੀਆਂ ਗਈਆਂ। ਹਸਪਤਾਲ ਦੇ ਵਿੱਚ 311 ਦੇ ਕਰੀਬ ਮਰੀਜ਼ਾਂ ਦੀ ਗਿਣਤੀ ਹੈ, ਜਿਨ੍ਹਾਂ ਵਿੱਚੋਂ 91 ਇੰਟੈਂਸਿਵ ਕੇਅਰ ਅਧੀਨ ਹਨ। ਇਸ ਪ੍ਰੋਵਿੰਸ ਦੇ ਵਿੱਚ 99% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਅਤੇ 84% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀਆਂ ਦੋਨੋਂ ਡੋਜ਼ ਹਾਸਲ ਕੀਤੀਆਂ ਜਾ ਚੁੱਕੀਆਂ ਨੇ। ਦੱਸ ਦਈਏ ਕਿ ਮੈਨੀਟੋਬਾ ਵੱਲੋਂ ਵੀ ਅੱਜ ਆਪਣੀ ਕੋਵਿਡ ਅਪਡੇਟ ਸਾਂਝੀ ਨਹੀਂ ਕੀਤੀ ਗਈ। ਕੱਲ ਨੂੰ ਉਹਨਾਂ ਵੱਲੋਂ 2 ਦਿਨਾਂ ਦੀ ਰਿਪੋਰਟ ਸਾਂਝੀ ਕੀਤੀ ਜਾਵੇਗੀ। ਇਸੇ ਤਰ੍ਹਾਂ ਓਨਟਾਰੀਓ ਵੱਲੋਂ ਵੀ ਅੱਜ ਕੋਰੋਨਾ ਅਪਡੇਟ ਨਹੀਂ ਦੱਸੀ ਗਈ। ਕੈਨੇਡਾ ਤੋਂ ਹੁਣ ਤੱਕ ਕੁੱਲ 1.6 ਮਿਲੀਅਨ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 27,821 ਜਾਨਾਂ ਇਸ ਵਾਇਰਸ ਦੇ ਕਾਰਨ ਚਲੀਆਂ ਗਈਆਂ। ਇੱਥੇ ਐਕਟਿਵ ਮਾਮਲਿਆਂ ਦੀ ਗਿਣਤੀ 44,385 ਹੈ, ਜਿਨ੍ਹਾਂ ਵਿੱਚੋਂ 43,609 ਮਾਈਲਡ ਕੰਡੀਸ਼ਨ ਅਤੇ 776 ਸੀਰੀਅਸ ਕੰਡੀਸ਼ਨ ਦੇ ਵਿੱਚ ਨੇ। ਇਸ ਦੇ ਨਾਲ ਹੀ ਕੈਨੇਡਾ ਦੇ ਵਿੱਚ 1.5 ਮਿਲੀਅਨ ਤੋਂ ਵੱਧ ਰਿਕਵਰਡ ਮਾਮਲਿਆਂ ਦੀ ਗਿਣਤੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਨੈਸ਼ਨਲ ਡੇ ਫਾਰ ਟਰੂਥ ਐਂਡ ਰੀਕਨਸੀਲੀਏਸ਼ਨ, ਟਰੂਡੋ ਨੇ ਸਾਂਝੇ ਕੀਤੇ ਆਪਣੇ ਵਿਚਾਰ। ਜਸਟਿਨ ਟਰੂਡੋ ਦਾ ਐਲਾਨ, ਸੂਬੇ ਨੂੰ ਭੇਜਣਗੇ ਮਦਦ। 16 ਏਅਰਲਾਈਨਾਂ ਨੇ ਕੀਤਾ ਫੈਸਲਾ, ਯਾਤਰੀਆਂ ਨੂੰ ਦੇਣਗੇ ਰੀਫੰਡ। ਅਮਰੀਕਾ ਦੇ ਵਿੱਚ ਪੰਜਾਬੀ ਸਿੱਖ ਦਾ ਕਤਲ, ਗੈਸ ਸਟੇਸ਼ਨ ਤੇ ਮਾਰੀ ਗੋਲੀ। ਗਵਰਨਰ ਜਨਰਲ ਦਾ ਬਿਆਨ, ਅੱਜ ਦੇ ਦਿਨ ਨੂੰ ਦੱਸਿਆ ਕੌੜਾ ਸੱਚ। ਲੜਕੇ ਤੇ ਚਾਕੂ ਦੇ ਨਾਲ ਹਮਲਾ, ਲੜਕੇ ਦੀ ਹੋਈ ਮੌਤ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।